ਦੁਨੀਆ ਭਰ ਵਿੱਚ ਬਾਜ਼ ਟੀਵੀ ਨੂੰ ਦੇਖ ਰਹੇ ਸਰੋਤਿਆਂ ਨੂੰ ਦਵਿੰਦਰ ਸਿੰਘ ਵੱਲੋਂ ਵਾਸ਼ਿੰਗਟਨ ਡੀਸੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਅੱਜ ਅਮਰੀਕਨ ਪੋਲਿਟਿਕਸ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਪਿਛਲੇ ਵੀਕ ਤੋਂ ਬਾਅਦ ਜੋ ਕੁਝ ਅਹਿਮ ਘਟਨਾਵਾਂ ਹੋਈਆਂ, ਕੁਝ ਉਹਨਾਂ ਬਾਰੇ ਗੱਲ ਕਰਾਂਗੇ ਤੇ ਕੁਝ ਆਪਾਂ ਅਮਰੀਕਨ ਜੋ ਬਜਟ ਹੈ ਉਸ ਬਾਰੇ ਗੱਲ ਕਰਾਂਗੇ, ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਵੀ ਸਰਕਾਰ ਚੱਲਦੀ ਆ ਉਹ ਬਜਟ ਦੇ ਸਿਰ ਤੇ ਚੱਲਦੀ ਆ, ਉਹਨਾਂ ਨੂੰ ਪੈਸੇ ਚਾਹੀਦੇ ਨੇ। ਸੋ ਜਿਹੜੀਆਂ ਕੁਝ ਖਾਸ ਗੱਲਾਂ ਹੋਈਆਂ ਨੇ, ਸਾਰਿਆਂ ਨਾਲੋਂ ਪਹਿਲਾਂ ਤਾਂ ਅਮਰੀਕਾ ਦੇ ਵਿੱਚ ਇੱਕ ਬੜੀ ਅਜੀਬ ਗੱਲ ਹੋ ਰਹੀ ਹੈ ਪਿਛਲੇ ਤਕਰੀਬਨ 2 ਸਾਲ ਤੋਂ, ਜੋ ਐਜ਼ ਏ ਅਮਰੀਕਨ ਹਰ ਇੱਕ ਜਿਹੜਾ ਇੱਥੇ ਦਾ ਸਿਟੀਜ਼ਨ ਆ ਉਹਨੂੰ ਐਜ਼ ਏ ਅਮਰੀਕਨ ਪ੍ਰਾਊਡ ਹੋਣਾ ਚਾਹੀਦਾ ਹੈ। ਉਹ ਪ੍ਰਾਊਡ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਘਟਣਾ ਸ਼ੁਰੂ ਹੋ ਗਿਆ। ਉਹ ਇੱਕ ਕਿਸਮ ਦੀ ਉਹਦਾ ਕਾਰਨ ਕੁਝ ਵੀ ਹੋਵੇ, ਆਪਾਂ ਉਹਨਾਂ ਕਾਰਨਾਂ ਵੱਲ ਨਾ ਜਾਈਏ। ਅਮਰੀਕਾ ਦੇ ਵਿੱਚ ਹੀ ਅਮਰੀਕਨ ਫਲੈਗ, ਅਮਰੀਕਨ ਨੈਸ਼ਨਲ ਐਂਥਮ, ਇਹਦੇ ਵਿਰੁੱਧ ਇੱਕ ਕਿਸਮ ਦੀ ਜੰਗ ਛੇੜੀ ਗਈ ਹੈ। ਤੇ ਇਹਦੇ ਵਿੱਚ ਹੀ ਆਪਾਂ ਜਿਹੜੀ ਅੱਜ ਮੇਨ ਸਟੋਰੀ ਹੈ ਉਹ ਇਹ ਹੈ ਕਿ ਅਮਰੀਕਾ ਦੇ ਵਿੱਚ ਇੱਕ ਕਾਂਡੋ ਜਿਹੜੀ ਐਸੋਸੀਏਸ਼ਨ ਹੈ ਉਸ ਵੱਲੋਂ ਉਹਦੇ ਵਿੱਚ ਐਂਡਰਿਊ ਨਾਮ ਦਾ ਜਿਹੜਾ ਬੰਦਾ ਰਹਿੰਦਾ ਸੀ, ਤੇ ਉਹਨੇ ਆਪਣੇ ਕਾਂਡੋ ਦੇ ਵਿੱਚ ਬਾਹਰ ਜਿਹੜੀ ਉਹਦੀ ਬਾਲਕੋਨੀ ਸੀ ਉਹਦੇ ਵਿੱਚ ਅਮਰੀਕਨ ਫਲੈਗ ਤਕਰੀਬਨ 2-3 ਸਾਲ ਤੋਂ ਲਾਇਆ ਹੋਇਆ ਸੀ। ਪਰ ਅਖੀਰ ਉਸ ਨੂੰ ਕਾਂਡੋ ਐਸੋਸੀਏਸ਼ਨ ਵੱਲੋਂ ਹੁਕਮ ਆ ਗਿਆ ਵਾਇਆ ਲੈਟਰ ਕਿ ਜੀ ਤੁਸੀਂ ਆਪਣਾ ਜਿਹੜਾ ਇਹ ਝੰਡਾ ਇਹਨੂੰ ਇੱਥੋਂ ਉਤਾਰੋ। ਹਾਲਾਂਕਿ ਐਜ਼ ਏ ਅਮਰੀਕਨ ਹਮੇਸ਼ਾ ਹੀ ਹਰ ਇੱਕ ਨੇਸ਼ਨ ਆਪਣੇ ਜਿਹੜਾ ਨੈਸ਼ਨਲ ਫਲੈਗ ਆ ਉਹਦੇ ਤੇ ਮਾਣ ਕਰਦੀ ਆ, ਤੇ ਅਮਰੀਕਨ ਜਿਹੜੇ ਸਪੈਸ਼ਲੀ ਨੇ ਇਹ ਹਮੇਸ਼ਾ ਆਪਣੇ ਝੰਡੇ ਤੇ ਬੜਾ ਮਾਣ ਕਰਦੇ ਨੇ। ਚਾਹੇ ਅਮਰੀਕਨ ਕਨਸਟੀਟਿਊਸ਼ਨ ਦੀ ਜਿਹੜੀ ਬਿਊਟੀ ਹੈ, ਅੰਡਰ ਫਸਟ ਅਮੈਂਡਮੈਂਟ ਅਗਰ ਕੋਈ ਬੰਦਾ ਝੰਡੇ ਨੂੰ ਛਾੜਦਾ ਹੈ ਤੇ ਉਹਦੇ ਤੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਕਿਉਂਕਿ ਉਹ ਕਹਿੰਦੇ ਨੇ ਉਹਦਾ ਫਸਟ ਅਮੈਂਡਮੈਂਟ ਦੇ ਥੱਲੇ ਉਹਦਾ ਜਿਹੜਾ ਬੋਲਣ ਦਾ ਹੱਕ ਹੈ ਉਹ ਕੁਝ ਵੀ ਕਹਿ ਸਕਦਾ। ਪਰ ਇਨ ਜਨਰਲ ਅਮਰੀਕਨ ਫਲੈਗ ਦੀ ਬੜੀ ਰਿਸਪੈਕਟ ਹੁੰਦੀ ਆ, ਪਰ ਹੁਣ ਇਹ ਸਲੋਲੀ ਕਿਤੇ ਨਾ ਕਿਤੇ ਇਹਦੇ ਤੋਂ ਰਿਸਪੈਕਟ ਤੋਂ ਪਰੇ ਨੂੰ ਲੋਕੀ ਜਾਣ ਲੱਗ ਗਏ ਨੇ, ਤੇ ਇਹਦੇ ਨਾਲ ਜਨਤਾ ਦੇ ਵਿੱਚ ਜਿਹੜੀ ਆਲਰੇਡੀ ਜਿਹੜੀ ਅਮਰੀਕਨ ਦੇ ਵਿੱਚ ਪੋਲਰਾਈਜੇਸ਼ਨ ਆ ਉਹ ਹੋਰ ਵੱਧ ਰਹੀ ਹੈ। ਐਂਡਰੂ ਵੱਲੋਂ ਕਿਹਾ ਜਾ ਰਿਹਾ ਕਿ ਉਹ ਝੰਡਾ ਆਪਣਾ ਨਹੀਂ ਲਾਹੇਗਾ, ਤੇ ਜਿਹੜੀ ਐਸੋਸੀਏਸ਼ਨ ਹੈ, ਕਾਂਡੋ ਐਸੋਸੀਏਸ਼ਨ ਹੈ, ਉਸ ਦੇ ਵੱਲੋਂ ਜਿਹੜਾ ਤਰਕ ਦਿੱਤਾ ਜਾ ਰਿਹਾ ਉਹ ਇਹ ਹੈ ਕਿ ਜਦੋਂ ਸ਼ਾਮ ਨੂੰ ਜਾਂ ਰਾਤ ਨੂੰ ਜਦੋਂ ਹਵਾ ਚੱਲਦੀ ਆ ਤੇ ਉਹਦੇ ਨਾਲ ਜਿਹੜਾ ਤੁਹਾਡਾ ਝੰਡਾ ਉਹ ਬੜੀ ਆਵਾਜ਼ ਪੈਦਾ ਕਰਦਾ, ਤੇ ਉਹ ਜਿਹੜੀ ਆਵਾਜ਼ ਹੈਗੀ ਆ ਉਹ ਡਿਸਟਰਬ ਕਰਦੀ ਆ। ਪਰ ਇਹ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ, ਤੇ ਜਦੋਂ ਝੰਡਾ ਛੋਟਾ ਜਿਹਾ ਜਿਹੜਾ ਕਾਂਡੋ ਦੇ ਵਿੱਚ ਬਾਲਕਨੀ ਵਿੱਚ ਲੱਗਿਆ ਹੋਇਆ, ਤੇ ਉਹ ਕਿੰਨੀ ਕੁ ਆਵਾਜ਼ ਕਰਦਾ ਹੋਏਗਾ ਜਿਹੜਾ ਦੂਸਰਿਆਂ ਨੂੰ ਇੰਨਾ ਡਿਸਟਰਬ ਕਰਦਾ ਹੋਏਗਾ। ਪਰ ਕਿਤੇ ਨਾ ਕਿਤੇ ਇਹ ਸਾਡੇ ਲਈ ਮਾੜੀ ਖਬਰ ਹੈ ਕਿ ਅਸੀਂ ਅਮਰੀਕਨ ਫਲੈਗ ਦੀ ਰਿਸਪੈਕਟ ਕਰਨ ਦੀ ਬਜਾਏ ਉਹਦੇ ਵਿਰੁੱਧ ਜਿਹੜੀ ਜੰਗ ਛੇੜੀ ਆ ਉਹਦੇ ਵਿੱਚ ਭਾਗੀਦਾਰੀ ਹੁੰਦੇ ਆ। ਇਸ ਤੋਂ ਬਿਨਾਂ ਜਿਹੜੀ ਫੇਅਰਫੈਕਸ ਕਾਉਂਟੀ ਆ ਵਰਜੀਨੀਆ ਦੀ, ਤੇ ਇਹ ਜਿਹੜੀ ਅਮਰੀਕਾ ਦੀਆਂ ਟੋਟਲ ਕਾਉਂਟੀਆਂ ਦੇ ਵਿੱਚੋਂ ਤੀਜੇ ਨੰਬਰ ਤੇ ਰਿਚੈਸਟ ਕਾਉਂਟੀ ਵੀ ਆ, ਤੇ ਇਹਦੇ ਵੱਲੋਂ ਵੀ ਜਿਹੜਾ ਇਹਨਾਂ ਦੇ ਬੋਰਡ ਆਫ ਸੁਪਰਵਾਈਜ਼ਰ ਨੇ ਉਹਨਾਂ ਵੱਲੋਂ ਵੀ ਬੜਾ ਰਿਸਟ੍ਰਿਕਟਿਵ ਆਰਡਰ ਲੈ ਕੇ ਆ ਰਹੇ ਨੇ ਕਿ ਕੋਈ ਵੀ ਬੰਦਾ ਆਪਣੇ ਘਰ ਜਾਂ ਬਿਜ਼ਨਸ ਤੇ 2 ਤੋਂ ਵੱਧ ਝੰਡੇ, ਕੋਈ ਵੀ ਕਿਸੇ ਵੀ ਪ੍ਰਕਾਰ ਦੇ ਝੰਡੇ ਹੋਣ, ਉਹਨਾਂ ਨੇ ਅਮਰੀਕਨ ਫਲੈਗ ਦੀ ਗੱਲ ਨਹੀਂ ਕੀਤੀ, ਪਰ ਉਹਨਾਂ ਨੇ ਕਿਹਾ 2 ਤੋਂ ਵੱਧ ਝੰਡੇ ਨਹੀਂ ਲਾ ਸਕਦੇ। ਔਨ ਦਾ ਟਾਪ ਆਫ ਦੈਟ ਜਿਹੜਾ ਫਲੈਗ ਆ ਉਹਦਾ ਇੱਕ ਪਰਟੀਕੂਲਰ ਸਾਈਜ਼ ਹੋਏਗਾ, ਤੇ ਉਹਦੇ ਵਿੱਚ ਵੀ ਜਿਹੜੀ ਆਮ ਜਨਤਾ ਹੈ ਫੇਅਰਫੈਕਸ ਕਾਉਂਟੀ ਦੇ ਉਹਦੇ ਵੱਲੋਂ ਬੜਾ ਵਿਰੋਧ ਕੀਤਾ ਜਾ ਰਿਹਾ ਕਿ ਇਹ ਤੇ ਸਾਡੀ ਜਿਹੜੀ ਫਰੀडम ਹੈ, ਅਗਰ ਕਿਸੇ ਨੂੰ ਇਹ ਫਰੀडम ਹੈ ਕਿ ਉਹ ਅਮਰੀਕਨ ਫਲੈਗ ਸਾੜ ਵੀ ਸਕਦਾ, ਤੇ ਸਾਡੀ ਫਰੀडम ਹੈਗੀ ਤੇ ਅਸੀਂ ਜਿੱਡਾ ਮਰਜ਼ੀ ਫਲੈਗ ਚਾਹੀਏ ਆਪਣੀ ਪਰਸਨਲ ਪ੍ਰਾਪਰਟੀ ਦੇ ਉੱਤੇ ਉਹ ਆਪਣਾ ਲਹਿਰਾ ਸਕਦੇ ਹਾਂ। ਕਿਉਂਕਿ ਜਿਹੜੀ ਅਮਰੀਕਨ ਕਨਸਟੀਟਿਊਸ਼ਨ ਦੀ ਬਿਊਟੀ ਹੈ ਉਹ ਇਸੇ ਵਿੱਚ ਹੈ ਕਿ ਇੱਥੇ ਫਰੀडम ਆਫ ਸਪੀਚ ਹੈ। ਫਰੀडम ਆਫ ਸਪੀਚ ਤੋਂ ਬਿਨਾਂ ਇੱਥੇ ਫਰੀडम ਟੂ ਓਨ ਪ੍ਰਾਪਰਟੀ ਹੈ, ਪਰਸਨਲ ਪ੍ਰਾਪਰਟੀ ਓਨ ਜਿਹੜਾ ਉਹਦੇ ਤੇ ਵੀ ਕਿਤੇ ਨਾ ਕਿਤੇ ਅਟੈਕ ਹੋ ਰਹੇ ਨੇ। ਜਿਵੇਂ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਗੱਲ ਚੱਲ ਰਹੀ ਹੈ ਕਿ ਜਿਹੜਾ ਉੱਥੇ ਘਰਾਂ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਸੋਲਵ ਕਰਨ ਦਾ ਇੱਕੋ ਇੱਕ ਤਰੀਕਾ ਹੈ ਵੀ ਉੱਥੇ ਜਿਹੜੇ ਸਿੰਗਲ ਫੈਮਿਲੀ ਘਰ ਬਣ ਰਹੇ ਨੇ ਸਬਰਬਨ ਏਰੀਏ 'ਚ ਉਹ ਬੰਦ ਕੀਤੇ ਜਾਣ। ਤੇ ਇਸ ਕਰਕੇ ਇਹ ਜਿਹੜਾ ਅਮਰੀਕਨ ਹੋਣ ਤੇ ਮਾਣ ਹੈ ਉਹਦੇ ਤੇ ਕਿਤੇ ਨਾ ਕਿਤੇ ਇਹ ਵਾਰ ਚੱਲ ਰਹੀ ਹੈ। ਇਸ ਤੋਂ ਬਿਨਾਂ ਜਿਹੜੀ ਇੱਕ ਵੱਡੀ ਹੋਰ ਗੱਲ ਹੈ, ਬ੍ਰੇਕਿੰਗ ਨਿਊਜ਼ ਇਹ ਹੈ, ਕਿਉਂਕਿ ਜਿਵੇਂ ਤੁਹਾਨੂੰ ਸਰੋਤਿਆਂ ਨੂੰ ਪਤਾ ਹੈ ਕਿ ਨੀਰਾ ਟੰਡਨ, ਜਿਸ ਨੂੰ ਕਿ
ਆਪਣਾ ਮੈਨੇਜਰ ਬਜਟ ਦੀ ਲਗਾਇਆ ਗਿਆ ਸੀ, ਅਪੁਆਇੰਟ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਜੀ ਵੱਲੋਂ। ਉਹਨੇ ਆਪਣਾ ਨਾਂ ਪੁੱਲ ਕਰ ਲਿਆ ਸੀ ਕਿਉਂਕਿ ਸੈਨੇਟ ਦੇ ਵਿੱਚ ਉਸਦੇ ਕੋਲ ਲੋੜ ਜੋਗੀਆਂ ਵੋਟਾਂ ਨਹੀਂ ਸੀ। ਪਰ ਹੁਣ ਇੱਕ ਹੋਰ ਇੰਡੀਅਨ ਅਮਰੀਕਨ ਕਮਿਊਨਿਟੀ ਦੇ ਵਿੱਚੋਂ ਬਨੀਤਾ ਗੁਪਤਾ ਜੀ, ਜਿਨ੍ਹਾਂ ਦਾ ਜਨਮ ਪੈਨਸਿਲਵੇਨੀਆ ਸਟੇਟ ਦਾ ਤੇ ਉਹਨਾਂ ਦੇ ਡੈਡੀ ਰਾਜ ਗੁਪਤਾ ਜੀ, ਉਹਨਾਂ ਨੂੰ ਜਸਟਿਸ ਡਿਪਾਰਟਮੈਂਟ ਦੇ ਵਿੱਚ ਤੀਸਰੇ ਨੰਬਰ ਤੇ ਵੀ ਜਸਟਿਸ ਡਿਪਾਰਟਮੈਂਟ ਦੇ ਪੋਜੀਸ਼ਨ ਮਿਲਣੀ ਬੜਾ ਵੱਡੀ ਅਹਿਮ ਪੋਜੀਸ਼ਨ ਆ ਅਸਿਸਟੈਂਟ ਅਟਾਰਨੀ ਜਨਰਲ ਦੀ। ਤੇ ਉਹਦੀ ਹੀਅਰਿੰਗ ਸੈਨੇਟ ਦੇ ਵਿੱਚ ਚੱਲ ਰਹੀ ਹੈ ਤੇ ਉਹ ਸੈਨੇਟ ਦੇ ਵਿੱਚ ਜਿਹੜੀ ਹੀਅਰਿੰਗ ਹੈ ਉਹਨਾਂ ਨੂੰ ਵੀ ਬੜੇ ਹੀ ਟਫ ਕੁਐਸਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀਆਂ ਸਟਾਰਟਿੰਗ ਦੇ ਵਿੱਚ ਆਪਣੇ ਵੱਲੋਂ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਗਈਆਂ, ਸਪੈਸ਼ਲੀ ਡੀਫੰਡ ਦਾ ਪੁਲਿਸ ਤੇ ਇੱਥੇ ਜੀ ਤੁਸੀਂ ਜਿਹੜਾ ਜਿੰਨੀਆਂ ਇਹ ਇਲੀਗਲ ਡਰੱਗਸ ਨੇ ਮੈਜੋਰਟੀ ਨੂੰ ਉਹਨਾਂ ਨੂੰ ਆਪਾਂ ਉਹਨਾਂ ਨੂੰ ਲੀਗਲ ਕਰ ਦਈਏ। ਸੋ ਇਹ ਜਿਹਾ ਜਿਹੜਾ ਉਹਦਾ ਦਾ ਰੈਕਡ ਹੈ ਥੋੜ੍ਹਾ ਜਿਹਾ ਜੋ ਜ਼ਿਆਦਾ ਲਿਬਰਲ ਰੈਕਡ ਹੈ, ਉਹਦੇ ਕਰਕੇ ਜਿਹੜੇ ਸਪੈਸ਼ਲੀ ਰਿਪਬਲਿਕਨ ਸੈਨੇਟਰ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਹਜੇ ਤੱਕ ਕਿਸੇ ਡੈਮੋਕ੍ਰੇਟ ਸੈਨੇਟਰ ਨੇ ਵਿਰੋਧ ਨਹੀਂ ਕੀਤਾ, ਪਰ ਜਦੋਂ ਹੋਰ ਅੱਗੇ ਹੀਅਰਿੰਗ ਚੱਲੇਗੀ ਤੇ ਅਸੀਂ ਅਪਡੇਟ ਜ਼ਰੂਰ ਕਰਾਂਗੇ। ਪਰ ਇਸ ਵੇਲੇ ਲੱਗਦਾ ਹੈ ਕਿ ਵਨੀਤਾ ਗੁਪਤਾ ਦੀ ਜਿਹੜੀ ਕਨਫਰਮੇਸ਼ਨ ਹੈ ਉਹ ਵੀ ਹਾਰਡ ਹੈ, ਹੋ ਜ਼ਰੂਰ ਜਾਏਗੀ ਹੋਪਫੁਲੀ, ਪਰ ਉਹ ਹਾਰਡ ਹੈ। ਤੋ ਇਸ ਕਰਕੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਨਿਊਜ਼ ਹੈ। ਤੇ ਇਸ ਤੋਂ ਬਿਨਾਂ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਆਪਣੇ ਤਰੀਕੇ ਨਾਲ ਰਹਿਣ ਦਾ ਪੂਰਾ ਹੱਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਚਾਹੇ ਕੋਈ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ। ਸਪੈਸ਼ਲੀ ਜਿਹੜਾ ਅੱਜ ਜਿਹੜਾ ਕਾਂਗਰਸ ਦੇ ਵਿੱਚ ਬਿੱਲ ਵੀ ਪਾਸ ਹੋਇਆ ਸੀਗਾ ਇਕੁਐਲਿਟੀ ਐਕਟ, ਉਹਦੇ ਵਿੱਚ ਵੀ ਇਹ ਸੀ ਕਿਉਂਕਿ ਅਮਰੀਕਾ ਦੇ ਵਿੱਚ ਇਸ ਵੇਲੇ 5.6% ਜਿਹੜੀ ਪਾਪੂਲੇਸ਼ਨ ਆ ਉਹ LGBT ਕਮਿਊਨਿਟੀ ਦੀ ਆ ਤੇ ਉਹਨਾਂ ਨੂੰ ਬਿਲਕੁਲ ਹੱਕ ਆ ਆਪਣੇ ਆਪ ਰਹਿਣ ਦਾ, ਜਿਵੇਂ ਵੀ ਉਹ ਰਹਿਣਾ ਚਾਹੁੰਦੇ ਨੇ। ਪਰ ਜਿਹੜੀ ਅੱਜ ਵੱਡੀ ਸਟੋਰੀ ਸਰਫੇਸ ਹੋ ਰਹੀ ਹੈ ਉਹ ਇਹ ਹੈ ਕਿ ਕੈਥੋਲਿਕ ਕ੍ਰਿਸਚੀਅਨ ਦੇ ਜਿਹੜੇ ਹੈੱਡ ਨੇ ਪੋਪ, ਕਿਉਂਕਿ ਕ੍ਰਿਸਚੀਅਨਾਂ ਦੇ ਵਿੱਚ ਵੀ ਵੱਖੋ ਵੱਖਰੇ ਉਹਨਾਂ ਦੇ ਸੈਕਟ ਨੇ, ਉਹਨਾਂ ਸੈਕਟ ਦੇ ਵਿੱਚੋਂ ਕੈਥੋਲਿਕ ਦੀ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਆ। ਕੈਥੋਲਿਕ ਕ੍ਰਿਸਚੀਅਨਿਟੀ ਦੇ ਜਿਹੜੇ ਹੈੱਡ ਨੇ ਪੋਪ, ਉਹਨਾਂ ਨੇ ਵੀ ਜਿਹੜਾ ਆਪਣੇ ਵੱਲੋਂ ਜੋ ਆਪਣਾ ਲੈਟਰ ਜਾਰੀ ਕੀਤਾ ਹੈ ਵੈਟੀਕਨ ਸਿਟੀ ਨੇ, ਉਸ ਦੇ ਵਿੱਚ ਉਹਨਾਂ ਨੇ ਜਿਹੜੀ LGBT ਕਮਿਊਨਿਟੀ ਵਾਲੇ ਅਗਰ ਆਪ ਦੇ ਵਿੱਚ ਵਿਆਹ ਕਰਵਾਉਂਦੇ ਨੇ ਤੇ ਉਹਨੂੰ ਉਹ ਕਹਿੰਦੇ ਨੇ ਚਰਚ ਮਾਨਤਾ ਨਹੀਂ ਦੇਵੇਗੀ, ਕਿਉਂਕਿ ਕੁਝ ਜਿਹੜੇ ਪ੍ਰੋਗਰੈਸਿਵ ਕੈਥੋਲਿਕ ਸੀਗੇ ਉਹਨਾਂ ਵੱਲੋਂ ਬੜੇ ਚਿਰ ਤੋਂ ਇਹ ਡਿਮਾਂਡ ਕੀਤੀ ਜਾ ਰਹੀ ਸੀ ਕਿ ਜਿਹੜੀ ਇਹਨਾਂ ਨੂੰ ਸਿੱਧੇ ਸ਼ਬਦਾਂ 'ਚ ਵਿੱਚ ਕਹੀਏ ਜੇ ਵਿਆਹ ਕਰਵਾਉਂਦੇ ਨੇ LGBT ਕਮਿਊਨਿਟੀ ਤੋਂ ਆਪਸ ਵਿੱਚ ਹੀ ਤੇ ਉਹਨਾਂ ਨੂੰ ਬਲੈਸਿੰਗ ਚਰਚ ਵੱਲੋਂ ਮਿਲੇ। ਪਰ ਅੱਜ ਪੋਪ ਨੇ ਬਿਲਕੁਲ ਕਲੀਅਰ ਕਰ ਦਿੱਤਾ, ਪੋਪ ਮੁਤਾਬਕ ਇਹ ਸਿਨ ਹੈ ਤੇ ਚਰਚ ਜਿਹੜਾ ਹੈਗਾ ਉਹ ਸਿਨ ਨੂੰ ਬਲੈਸਿੰਗ ਨਹੀਂ ਦਿੰਦਾ। ਸੋ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਜੀ ਵੱਲੋਂ ਇਹੋ ਜਿਹਾ ਸਟੈਂਡ ਲਿਆ ਗਿਆ ਸੀ ਤੇ ਜਦੋਂ ਕਾਫੀ ਸੰਗਤ ਨੇ ਕਾਫੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਲੋਕਾਂ ਵੱਲੋਂ ਇਤਰਾਜ਼ ਕੀਤਾ ਗਿਆ ਸੀ ਕਿ ਵੀ ਉਹ ਇਹੋ ਜਿਹਾ ਉਹਨਾਂ ਨੇ ਬਿਆਨ ਕਿਉਂ ਦਿੱਤਾ। ਪਰ ਅੱਜ ਪੋਪ ਨੇ ਬਿਆਨ ਦੇ ਕੇ, ਕਿਉਂਕਿ ਜਿੱਥੇ ਅਮਰੀਕਾ ਵਿੱਚ ਹਰ ਇੱਕ ਨੂੰ ਆਪਣੇ ਆਪ ਰਹਿਣ ਦੀ ਇਜਾਜ਼ਤ ਹੈ, ਉੱਥੇ ਜਿਹੜੀ ਫਰੀਡਮ ਆਫ ਸਪੀਚ ਦੇ ਨਾਲ ਨਾਲ ਫਰੀਡਮ ਆਫ ਰਿਲੀਜਨ ਵੀ ਹੈ। ਅਗਰ ਰਿਲੀਜਨ ਵਾਲੇ ਜਿਹੜੇ ਆਪਣੇ ਆਪ ਜਿਵੇਂ ਵੀ ਉਹ ਫੀਲ ਕਰਦੇ ਨੇ ਤੇ ਉਹਨਾਂ ਨੂੰ ਫੀਲ ਕਰਨ ਦਾ ਪੂਰਾ ਹੱਕ ਹੈ। ਸੋ ਇਸ ਕਰਕੇ ਇਹ ਬੜੀ ਬ੍ਰੇਕਿੰਗ ਨਿਊਜ਼ ਹੈ ਕਿ ਬਈ ਇਹ ਜਿਹੜਾ ਪੋਪ ਹੈ ਉਸ ਵੱਲੋਂ ਬਲੈਸਿੰਗ ਦਾ ਜੋ ਚਰਚ ਵੱਲੋਂ ਮੰਗੀ ਜਾ ਰਹੀ ਸੀ ਉਹਦੇ ਵਿੱਚ ਜੋ ਉਹਨਾਂ ਨੇ ਸਿੰਪਲ ਤਰੀਕੇ ਨਾਲ ਆਪਾਂ ਕਹੀਏ ਨਾ ਕਰ ਦਿੱਤੀ ਹੈ। ਤੇ ਅੱਜ ਜਿਹੜਾ ਮੀਡੀਆ, ਲੈਫਟ ਵਿੰਗ ਮੀਡੀਆ ਪਹਿਲਾਂ ਪੋਪ ਨੂੰ ਕੂਲ ਪੋਪ ਦੇ ਨਾਂ ਨਾਲ ਬੜੀਆਂ ਉਹਨਾਂ ਦੀਆਂ ਸਿਫਤਾਂ ਕਰਦੇ ਸੀ, ਕਿਉਂਕਿ ਪੋਪ ਵੱਲੋਂ ਪਹਿਲਾਂ ਬੜੇ ਬਿਆਨ ਦਿੱਤੇ ਗਏ ਨੇ, ਜਿਵੇਂ ਉਹਨਾਂ ਨੇ ਸਾਰਿਆਂ ਨੂੰ ਇਕੁਐਲਿਟੀ ਲਈ ਜਿਹੜੀ ਕਿ ਆਪਾਂ ਕਹੀਏ ਇੰਟਰਨੈਸ਼ਨਲ ਮਿਨੀਮਮ ਵੇਜ ਦੀ ਗੱਲ ਵੀ ਕੀਤੀ ਆਪਣੇ ਬਿਆਨਾਂ ਦੇ ਵਿੱਚ। ਇਸ ਤੋਂ ਬਿਨਾਂ ਉਹਨਾਂ ਨੇ ਈਵਨ ਜਿਹੜਾ ਕੋਵਿਡ-19 ਹੈ ਉਹਨੂੰ ਵੀ ਇਹ ਕਿਹਾ ਵੀ ਜਿਹੜੀ ਹਿਊਮਨਿਟੀ ਵੱਲੋਂ ਐਨਵਾਇਰਨਮੈਂਟ 'ਤੇ ਅਟੈਕ ਕੀਤੇ ਜਾ ਰਹੇ ਨੇ ਇਹ ਉਹਨਾਂ ਦੀ ਇੱਕ ਸਜ਼ਾ, ਕਿਉਂਕਿ ਪਹਿਲਾਂ ਉਹਨਾਂ ਦੇ ਜਿਹੜੇ ਬਿਆਨ ਸੀ ਉਹ ਲੈਫਟ ਵਿੰਗ ਨੂੰ ਬੜੇ ਚੰਗੇ ਲੱਗਦੇ ਸੀ ਕਿਉਂਕਿ ਉਹਨਾਂ ਮੁਤਾਬਕ ਸੀ ਤੇ ਉਸ ਵੇਲੇ ਉਹ ਕੂਲ ਪੋਪ ਸਨ। ਪਰ ਅੱਜ ਉਹਨਾਂ ਨੂੰ ਕਹਿਣ ਲੱਗਿਆ ਵੀ ਪੋਪ ਇਜ਼ ਕੂਲ ਬਟ ਨਾਟ ਦੈਟ ਮਚ ਕੂਲ। ਸੋ ਇਹ ਵੀ ਇੱਕ ਆਪਣੇ ਆਪ ਵਿੱਚ ਨਿਊਜ਼ ਹੈ। ਇਸ ਤੋਂ ਬਿਨਾਂ ਜਿਹੜੀ ਪਿਛਲੇ ਸਾਲ ਮਈ ਦੇ ਵਿੱਚ ਜਾਰਜ ਫਲੋਇਡ ਦੀ ਡੈਥ ਤੋਂ ਬਾਅਦ ਅਨਰੈਸਟ ਹੋਇਆ ਸੀ, ਉਹਦੇ ਲਈ ਜਿਹੜਾ ਪੁਲਿਸ ਅਫੀਸਰ ਹੈ ਡੈਰਿਕ, ਉਹਦੇ ਲਈ ਜਿਹੜੀ ਯੂਰੀ ਹੈ ਉਹਦੇ ਲਈ 9 ਦੇ 9 ਯੂਰ ਸਿਲੈਕਟ ਕੀਤੇ ਗਏ ਨੇ
ਈਵਨ ਜਿਹੜੀ ਜੂਰੀ ਸਿਲੈਕਟ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ 5 ਆਪਣੇ ਆਪ ਨੂੰ ਵਾਈਟ ਗਿਣਦੇ ਨੇ, ਇੱਕ ਹਿਸਪੈਨਿਕ, ਇੱਕ ਮਲਟੀਕਲਚਰਲ ਤੇ 2 ਅਫਰੀਕਨ ਅਮਰੀਕਨ ਨੇ। ਸੋ ਜਿਹੜੀ ਜਿਊਰੀ ਹੈ ਉਹ ਬੜੀ ਮਿਕਸ ਹੈ ਤੇ ਜਿਹੜੀ ਜਿਊਰੀ ਹੈ ਉਹਦੇ ਵੱਲੋਂ ਜਿਹੜਾ ਫੈਸਲਾ ਕੀਤਾ ਜਾਏਗਾ ਕਿ ਜਿਹੜਾ ਪੁਲਿਸਮੈਨ ਹੈ ਕਿ ਉਹ, ਕਿਉਂਕਿ ਜਿਹੜਾ ਪ੍ਰੋਸੀਕਿਊਟਰ ਹੈ ਉਹਦੇ ਵੱਲੋਂ ਸੈਕੰਡ ਡਿਗਰੀ ਮਰਡਰ ਦੇ ਲਈ ਉਹਨੂੰ ਨਾਮਜ਼ਦ ਕੀਤਾ ਗਿਆ ਕਿ ਉਹਨੇ ਸੈਕੰਡ ਡਿਗਰੀ ਮਰਡਰ ਉਹਦੇ ਤੇ ਲਾਗੂ ਹੋਏਗਾ। ਤੇ ਹੁਣ ਦੇਖਦੇ ਹਾਂ ਜਿਊਰੀ ਕੀ ਫੈਸਲਾ ਕਰਦੀ ਆ। ਐਟ ਦਾ ਸੇਮ ਟਾਈਮ ਜਿਊਰੀ ਦੇ ਵਿੱਚੋਂ ਕੁਝ ਜਿਹੜੇ ਬੰਦੇ ਜਿਊਰੀ ਤੇ ਨਹੀਂ ਬੈਠੇ ਉਹਨਾਂ ਦਾ ਇਤਰਾਜ਼ ਵੀ ਸੀ, ਕਿਉਂਕਿ ਜਿਹੜੀ ਸਿਟੀ ਹੈਗੀ ਆ ਉਹਨੇ ਜੌਰਜ ਫਲੋਇਡ ਦੇ ਜਿਹੜੀ ਫੈਮਿਲੀ ਹੈ ਉਹਨਾਂ ਦੇ ਨਾਲ ਸਿਵਲ ਜਿਹੜੀ ਪੈਨਲਟੀ ਆ ਉਹ ਆਲਰੇਡੀ ਸੈਟਲਮੈਂਟ ਕਰ ਰਹੀ ਆ, ਕਿਉਂਕਿ ਜਿਹੜੀ ਸਿਟੀ ਹੈ ਮਿਨੀਪੋਲਿਸ ਉਹਨਾਂ ਵੱਲੋਂ 27 ਮਿਲੀਅਨ ਡਾਲਰ ਜਿਹੜਾ ਹੈਗਾ ਜੌਰਜ ਫਲੋਇਡ ਦੀ ਜਿਹੜੀ ਫੈਮਿਲੀ ਉਹਨੂੰ ਦਿੱਤਾ ਜਾਏਗਾ। ਸੋ ਇਸ ਕਰਕੇ ਜਿਹੜੀ ਜਿਊਰੀ ਕਹਿੰਦੇ ਕਿ ਉਹਨਾਂ ਲਈ ਜਿਹੜਾ ਪਾਰਸ਼ਲ ਡਿਸੀਜਨ ਜਿਹੜਾ ਕਰਨਾ ਹੋਏਗਾ ਉਹ ਡਿਸੀਜਨ ਕਰਨਾ ਬੜਾ ਮੁਸ਼ਕਲ ਹੋਏਗਾ, ਕਿਉਂਕਿ ਇੱਕ ਪਾਸੇ ਸਿਟੀ ਨੇ ਆਲਰੇਡੀ ਉਹਦੇ ਵਿੱਚ ਰੋਂਗ ਡੂਇੰਗ ਮੰਨ ਕੇ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ 27 ਮਿਲੀਅਨ ਡਾਲਰ ਦੀ ਗੱਲ ਕਰੋ ਤੇ ਉਹ ਡੈਫੀਨਿਟਲੀ ਰੋਂਗ ਡੂਇੰਗ ਹੈ। ਇਸ ਤੋਂ ਬਿਨਾਂ ਕਿ ਮੰਨੀਏ ਜਾਂ ਨਾ ਮੰਨੀਏ, ਦੁਨੀਆ ਦੇ ਵਿੱਚ ਬੜੀ ਵੱਡੀ ਕਹਾਵਤ ਹੈ, ਮਨੀ ਮੇਕਸ ਦਾ ਮੇਅਰ ਗੋ, ਜਾਂ ਦਾਮ ਬਣਾਏ ਕਾਮ। ਹਰ ਗੱਲ ਪੈਸੇ ਦੀ ਗੱਲ ਹੈ। ਤੇ ਦੂਸਰੇ ਪਾਸੇ ਮੇਗਨ ਨੂੰ ਜੋ ਆਪਣਾ ਮੀਡੀਆ ਦੇ ਨਾਲ ਉਹਨਾਂ ਦਾ ਰੌਲਾ ਚੱਲ ਰਿਹਾ ਸੀ ਇੰਗਲੈਂਡ ਦੇ ਵਿੱਚ, ਵੈਨ ਸ਼ੀ ਇਜ਼ ਪਾਰਟ ਆਫ ਰਾਇਲ ਫੈਮਿਲੀ, ਤੇ ਉਹਨੂੰ ਵੀ 225 ਮਿਲੀਅਨ ਡਾਲਰ ਦੇ ਕਰੀਬ ਜਿਹੜੀ ਹੈ ਉਹ ਮਿਲ ਗਏ ਨੇ। ਸੋ ਇਸ ਕਰਕੇ 225 ਹਜ਼ਾਰ ਡਾਲਰ ਜਿਹੜੇ ਨੇ ਉਹ ਸੈਟਲਮੈਂਟ ਦੇ ਵਿੱਚ ਅਟਰਨੀ ਫੀਸ ਲਈ ਉਸਨੂੰ ਮਿਲ ਗਏ ਨੇ। ਸੋ ਇਸ ਕਰਕੇ ਰਾਇਲ ਫੈਮਿਲੀ ਦਾ ਜੋ ਇਸ਼ੂ ਹੈ ਉਹ ਵੀ ਬੜਾ ਇਸ ਵੇਲੇ ਚੱਲ ਰਿਹਾ ਹੈ। ਤੇ ਇਸ ਤੋਂ ਬਿਨਾਂ ਜਿਹੜਾ HR 1 ਪਾਸ ਹੋਇਆ ਸੀ ਉਹਦੇ ਵਿੱਚ ਪਿਛਲੇ ਵੀਕ ਅਸੀਂ ਤੁਹਾਡੇ ਨਾਲ ਸਾਂਝ ਪਾਈ ਸੀ, ਉਹਦੇ ਵਿੱਚ ਇੱਕ ਗੱਲ ਮੈਂਸ਼ਨ ਕਰਨੀ ਟਾਈਮ ਦੀ ਘਾਟ ਹੋਣ ਕਰਕੇ ਕਰ ਗਏ ਸੀ, ਕਿਉਂਕਿ HR 1 ਅਗਰ ਬਿੱਲ ਕਾਨੂੰਨ ਬਣ ਜਾਂਦਾ ਹੈ ਤੇ ਉਹਦੇ ਵਿੱਚ ਨਾਨ ਸਿਟੀਜ਼ਨ ਨੂੰ ਵੀ ਨਾਨ ਫੈਡਰਲ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਹੱਕ ਮਿਲ ਜਾਏਗਾ। ਸੋ ਇਹ ਕਿੱਥੇ ਤੱਕ ਜਾਇਜ਼ ਆ ਕਿ ਸਿਟੀਜ਼ਨ ਹੀ ਨਹੀਂ ਨਾਨ ਸਿਟੀਜ਼ਨ ਵੀ ਵੋਟ ਪਾਉਣਗੇ ਤੇ ਉਹਦੇ ਨਾਲ ਇਲੈਕਸ਼ਨ ਕਿਉਂ ਜੀ ਹੋਏਗੀ, ਉਹ ਸਾਰਾ ਹੀ ਸਾਡਾ ਜਿਹੜਾ ਟੋਟਲ ਤਾਣਾ ਬਾਣਾ ਉਹ ਡਿਫਰੈਂਟ ਹੋ ਜਾਏਗਾ। ਪਰ ਜਿਹੜੇ ਪ੍ਰੋਗਰੈਸਿਵ ਵਿੰਗ ਨੇ ਉਹਨਾਂ ਵੱਲੋਂ ਬੜੀ ਕੋਸ਼ਿਸ਼ ਬੜੇ ਚਿਰ ਤੋਂ ਕੀਤੀ ਜਾ ਰਹੀ ਆ ਕਿ ਜਿਹੜੇ ਨਾਨ ਸਿਟੀਜ਼ਨ ਨੇ ਜਦੋਂ ਰਹਿ ਰਹੇ ਨੇ, ਟੈਕਸ ਪੇ ਕਰ ਰਹੇ ਨੇ, ਜਿਨ੍ਹਾਂ ਕੋਲ ਗ੍ਰੀਨ ਕਾਰਡ ਆ, ਤੇ ਫਿਰ ਉਹ ਆਪਣਾ ਵੋਟ ਪਾਉਣ ਦਾ ਉਹਨਾਂ ਨੂੰ ਕਿਉਂ ਹੱਕ ਨਹੀਂ। ਕਿਉਂਕਿ ਕੁਝ ਸਿਟੀਆਂ ਆਪਣੇ ਤੌਰ ਤੇ, ਕਿਉਂਕਿ ਅਮਰੀਕਾ ਰਿਪਬਲਿਕ ਆਫ ਕਨਸਟੀਟਿਊਸ਼ਨ ਹੈ, ਇਹਦੇ ਵਿੱਚ ਸਿਟੀਜ਼, ਕਾਉਂਟੀਜ਼, ਸਟੇਟਸ ਆਪਣੇ ਕਾਨੂੰਨ ਬਣਾ ਸਕਦੇ ਨੇ। ਤੇ ਇਸ ਕਰਕੇ ਉਹਨਾਂ ਵੱਲੋਂ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਉਹ ਜਿਹੜੇ ਨਾਨ ਸਿਟੀਜ਼ਨ ਨੇ ਉਹ ਲੋਕਲ ਇਲੈਕਸ਼ਨ ਵਿੱਚ ਵੋਟ ਪਾਉਣ। ਇਹ ਕਿੱਥੇ ਤੱਕ ਜਾਇਜ਼ ਹੈ ਇਹ ਵੱਖਰਾ ਇਸ਼ੂ ਹੈ, ਪਰ ਇਹ HR 1 ਅਗਰ ਕਾਨੂੰਨ ਬਣ ਜਾਂਦਾ ਤੇ ਨਾਨ ਸਿਟੀਜ਼ਨ ਜਿਹੜੇ ਹੈਗੇ ਵੋਟ ਪਾਉਣਗੇ, ਵੋਟ ਪਾ ਸਕਣਗੇ। ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਜੋੜਾਂਗਾ, ਕਿਉਂਕਿ ਹਰ ਇੱਕ ਪਾਰਟੀ ਨੂੰ ਬੜਾ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਕਈ ਵਾਰੀ ਅਸੀਂ ਜਿਹੜਾ ਸ਼ਾਰਟ ਟਰਮ ਸੋਚਦੇ ਹਾਂ। ਜਿਵੇਂ ਇਹਦੀ ਉਦਾਹਰਨ ਮੈਂ ਜੋੜਾਂਗਾ, ਇੰਡੀਆ ਦੇ ਵਿੱਚ ਪਹਿਲਾਂ ਜਿਹੜੇ ਭੱਠਿਆਂ ਦੇ ਵਰਕਰ ਹੁੰਦੇ ਸੀ, ਭੱਠਿਆਂ ਤੇ ਕੰਮ ਕਰਦੇ ਸੀ, ਉਹਨਾਂ ਦੀਆਂ ਪੋਲੀਟੀਸ਼ੀਅਨ ਧੱਕੇ ਨਾਲ ਵੋਟਾਂ ਬਣਾ ਕੇ, ਚਾਹੇ ਉਹਨਾਂ ਦੀ ਵੋਟ ਆਪਣੀ ਸਟੇਟ 'ਚ ਵੀ ਹੁੰਦੀ ਸੀ, ਪੰਜਾਬ 'ਚ ਵੀ ਬਣਾ ਲੈਣੀ, ਟਰੱਕਾਂ ਤੇ ਬਿਠਾ ਕੇ ਉਹਨਾਂ ਤੋਂ ਆਪਣੇ ਕੈਂਡੀਡੇਟ ਨੂੰ ਵੋਟਾਂ ਪਵਾਉਣੀਆਂ। ਪਰ ਹੌਲੀ ਹੌਲੀ ਉਹਨਾਂ ਦੀ ਗਿਣਤੀ ਵੱਧ ਗਈ ਤੇ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਵੋਟ ਪਾਉਣੀ ਸ਼ੁਰੂ ਕੀਤੀ। ਸੋ ਇਸ ਕਰਕੇ ਸਾਨੂੰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ, ਤੇ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜੋ ਵੋਟ ਪਾਉਣ ਦਾ ਹੱਕ ਹੈ ਉਹ ਸਿਟੀਜ਼ਨ ਤੱਕ ਹੀ ਸੀਮਿਤ ਹੋਵੇ, ਤੇ ਬਾਕੀ ਜਿਹੜੇ ਕਾਨੂੰਨਦਾਨ ਨੇ ਉਹ ਇਹਦੇ ਬਾਰੇ ਜ਼ਿਆਦਾ ਦੱਸਣਗੇ। ਸੋ ਇਸ ਤੋਂ ਬਿਨਾਂ ਜਿਹੜਾ ਅਮਰੀਕਾ ਦੇ ਵਿੱਚ ਹੈ, ਜਿਹੜਾ ਜਿਵੇਂ ਆਪਾਂ ਬਜਟ ਦੀ ਗੱਲ ਕਰੀਏ, 2019 ਦਾ ਜਿਹੜਾ ਬਜਟ ਸੀ ਉਹਦੇ ਵਿੱਚ ਜਿਹੜੀ ਇਨਕਮ ਸੀ ਉਹ ਤਕਰੀਬਨ 3.5 ਟ੍ਰਿਲੀਅਨ ਸੀ, ਪਰ ਖਰਚਾ 4.4 ਟ੍ਰਿਲੀਅਨ ਸੀ, ਉਹ ਵੀ ਤਕਰੀਬਨ 1 ਟ੍ਰਿਲੀਅਨ ਡੈਟ ਦੇ ਵਿੱਚ ਸੀ। ਪਰ ਅੱਜ ਅਮਰੀਕਾ ਦੇ ਵਿੱਚ ਇੱਕ ਗੱਲ ਬੜੀ ਵਧੀਆ ਮੈਂ ਕਹਾਂਗਾ ਕਿ ਇਹ ਪ੍ਰੈਜ਼ੀਡੈਂਟ ਟਰੰਪ ਨੇ ਸ਼ੁਰੂ ਕੀਤੀ ਸੀ ਕਿ ਵੀ ਜਿਹੜਾ ਇਲੈਕਸ਼ਨ ਦੇ ਵਿੱਚ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੀਏ। ਨਾਰਮਲੀ ਕੀ ਹੁੰਦਾ ਹੈ, ਕਿਉਂਕਿ ਜਿਹੜਾ ਵੀ ਕੈਂਡੀਡੇਟ ਪ੍ਰੈਜ਼ੀਡੈਂਟ ਬਣਦਾ ਹੈ ਉਹ ਕੋਸ਼ਿਸ਼ ਕਰਦਾ ਹੈ, ਚਾਹੇ ਉਹ ਆਪਣੇ ਲੈਫਟ ਤੋਂ ਜਿੱਤ ਕੇ ਆਵੇ ਜਾਂ ਰਾਈਟ ਤੋਂ ਜਿੱਤ ਕੇ ਆਵੇ, ਉਹ ਕੰਮ ਕਰਦਾ ਵੀ ਉਹ ਮੈਂ ਸੈਂਟਰ ਵਿੱਚ ਰਹਿ ਕੇ ਕਰਾਂ। ਤੇ ਇਸ ਕਰਕੇ ਕਈ ਵਾਰੀ ਜਿਹੜਾ ਹੁੰਦਾ ਹੈ ਉਹ ਆਪਣੇ ਬੇਸ ਦੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਨੇ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਪਰ ਪ੍ਰੈਜ਼ੀਡੈਂਟ ਟਰੰਪ ਨੇ
ਠੀਕ ਜਾਂ ਗਲਤ ਉਹਦਾ ਫੈਸਲਾ ਵੋਟਰਾਂ ਨੇ ਕਰਨਾ ਸੀ, ਤੇ ਉਹਨਾਂ ਨੇ 2020 ਦੇ ਵਿੱਚ ਉਹਨਾਂ ਨੂੰ ਜੇ ਗਲਤ ਲੱਗਿਆ ਤੇ ਪ੍ਰੈਜ਼ੀਡੈਂਟ ਟਰੰਪ ਨੂੰ ਇਲੈਕਸ਼ਨ ਦੇ ਵਿੱਚ ਹਰਾ ਵੀ ਦਿੱਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜੋ ਬਾਈਡਨ ਜੀ ਹੋਰ ਚਾਹੇ ਕੁਛ ਕਰਨ ਨਾ ਕਰਨ, ਪਰ ਇੱਕ ਗੱਲ ਉਹ ਜ਼ਰੂਰ ਕਰ ਰਹੇ ਨੇ, ਉਹ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਗੱਲ ਤੇ ਪੂਰਾ ਫਾਲੋ ਕਰ ਰਹੇ ਨੇ ਕਿ ਜੋ ਉਹਨਾਂ ਨੇ ਲੈਫਟ ਵਿੰਗ ਨੂੰ ਵਾਅਦੇ ਕੀਤੇ ਨੇ ਉਹਨਾਂ ਨੂੰ ਲਗਾਤਾਰ ਫੁੱਲ ਸਪੀਡ ਤੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਦੇਸ਼ ਲਈ ਠੀਕ ਜਾਂ ਗਲਤ ਨੇ ਉਹ 2022 ਦੀਆਂ ਇਲੈਕਸ਼ਨ ਫੈਸਲਾ ਕਰਨਗੀਆਂ, ਕਿਉਂਕਿ 2022 ਦੇ ਵਿੱਚ ਸੈਨੇਟ ਤੇ ਫੁੱਲ ਹਾਊਸ ਤੇ ਕੁਝ ਸੈਨੇਟ ਦੀਆਂ ਸੀਟਾਂ ਦੀ ਇਲੈਕਸ਼ਨ ਹੋਏਗੀ। ਉਹਦੇ ਨਾਲ ਸੈਨੇਟ ਤੇ ਜਿਹੜਾ ਹਾਊਸ ਦਾ ਉਹ ਸੰਤੁਲਨ ਕਿਤੇ ਵੀ ਜਾ ਸਕਦਾ। ਉਹ ਡੈਮੋਕ੍ਰੇਟ ਕੋਲੇ ਉਹਨਾਂ ਦੀਆਂ ਹੋਰ ਸੀਟਾਂ ਵੱਧ ਕੇ ਸਟਰੋਂਗ ਸੈਨੇਟ ਵਿੱਚ ਹੋ ਸਕਦਾ, ਜਾਂ ਰਿਪਬਲਿਕਨ ਕੋਲੇ ਵਾਪਸ ਜਾ ਸਕਦਾ। ਸੇਮ ਵੇ ਜਿਹੜਾ ਹਾਊਸ ਹੈਗਾ ਜਿਹਦੇ ਵਿੱਚ ਬਹੁਤ ਥੋੜੀ ਜਿਹੀ ਮੈਜੋਰਟੀ ਹੈ ਡੈਮੋਕ੍ਰੇਟ ਦੀ, ਉਹ ਮੈਜੋਰਟੀ ਜਿਹੜੀ ਹੈਗੀ ਹੈ ਖਤਮ ਹੋ ਸਕਦੀ ਆ ਅਗਰ ਉਹ ਸਿਰਫ ਤੇ ਸਿਰਫ ਆਪਣੇ ਲੈਫਟ ਵਿੰਗ ਨੂੰ ਖੁਸ਼ ਕਰਨ ਲਈ। ਜਿਵੇਂ ਉਹਦੀ ਉਦਾਹਰਨ ਦਿੰਦਾ ਹੈ, ਮੈਸੇਚਿਉਸਟ ਤੋਂ ਜਿਹੜੀ ਸੈਨੇਟਰ ਹੈ ਐਲਿਜ਼ਾਬੈਥ ਵਾਰਨਰ, ਜੋ ਕਿ ਅਲਟਰਾ ਲੈਫਟ ਵਿੰਗ ਜਿਹੜਾ ਹੈਗਾ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਡੈਮੋਕ੍ਰੇਟ ਪਾਰਟੀ ਦੀ ਨੂੰ, ਉਹਦੇ ਵੱਲੋਂ ਸੈਨੇਟ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਦੋ ਕਾਂਗਰਸਮੈਨ ਜਿਹੜੇ ਸਪੈਸ਼ਲੀ ਵਾਸ਼ਿੰਗਟਨ ਤੋਂ ਜਿਹੜੀ ਜਿਆ ਪਾਲ ਹੈ ਉਹਦੇ ਨਾਲ ਮਿਲ ਕੇ ਇੱਕ ਬਿੱਲ ਪੇਸ਼ ਕਰ ਰਹੇ ਨੇ। ਦ ਬਿੱਲ ਹੈਗਾ ਟੈਕਸ ਔਨ ਵੈਲਥ। ਉਹ ਟੈਕਸ ਔਨ ਵੈਲਥ ਕੀ ਆ, ਜਿਹੜੇ ਟਾਪ ਤਕਰੀਬਨ 0.5% ਆਫ ਅਮਰੀਕਨ ਪਾਪੂਲੇਸ਼ਨ ਜਿਹੜੇ ਮਲਟੀ ਮਿਲੀਅਰ ਜਾਂ ਐਕਚੁਅਲੀ ਆਪਾਂ ਇਹ ਕਹੀਏ ਜੋ ਕਿ ਬਿਲੀਅਨਰਸ ਹਨ, ਉਹਨਾਂ ਤੇ ਵੈਲਥ ਟੈਕਸ 3 ਤੋਂ ਲੈ ਕੇ 6% ਤੱਕ ਲਾਉਣ ਲਈ ਉਹਨਾਂ ਵੱਲੋਂ ਇੱਕ ਬਿੱਲ ਪੇਸ਼ ਕੀਤਾ ਜਾ ਰਿਹਾ। ਤੇ ਉਹ ਬਿੱਲ ਪੇਸ਼ ਕਰਨ ਦੇ ਨਾਲ ਤਕਰੀਬਨ 10 ਸਾਲਾਂ ਦੇ ਵਿੱਚ $300 ਬਿਲੀਅਨ ਉਹਦੇ ਤੋਂ ਰੇਜ਼ ਹੋਏਗਾ। ਤਾਂ ਕਿਉਂਕਿ ਉਹਨਾਂ ਤੇ ਜਿਹੜਾ ਇਹ ਇਨਕਮ ਤੇ ਟੈਕਸ ਨਹੀਂ, ਇਹ ਟੈਕਸ ਹੋਏਗਾ ਜਿਹੜੇ ਉਹਨਾਂ ਕੋਲੇ ਪੈਸੇ ਹੈਗੇ, ਜਿੰਨਾ ਵੀ ਉਹ ਨੈਟ ਵਰਥ ਨੇ ਉਹਦਾ 3% ਤੋਂ ਲੈ ਕੇ 6% ਤੱਕ ਡਿਪੈਂਡਿੰਗ ਅਪੋਨ ਹਾਊ ਮਚ ਵੈਲਥ ਦੇ ਹੈਵ, ਉਹਦੇ ਤੇ ਵੈਲਥ ਟੈਕਸ ਲਾਏਗਾ। ਪਰ ਇਹ ਜਿਹੜਾ ਬਿੱਲ ਪੇਸ਼ ਕਰ ਰਹੇ ਨੇ, ਅਗਰ ਤਾਂ ਉਹ ਰੈਵਨਿਊ ਜਨਰੇਟ ਕਰਕੇ ਕਿਸੇ ਚੰਗੇ ਪਾਸੇ ਲਾਉਂਦੇ ਨੇ ਫਿਰ ਤਾਂ ਬਹੁਤ ਵਧੀਆ ਗੱਲ ਆ। ਪਰ ਉਹ ਜਿਹੜਾ ਰੈਵਨਿਊ ਜਨਰੇਟ ਕਰਕੇ ਉਸੇ ਬਿੱਲ ਵਿੱਚ ਉਹਨਾਂ ਲਿਖਿਆ ਕਿ ਅਸੀਂ ਜਿਹੜੀ IRS, ਜੋ ਕਿ IRS ਆਲਰੇਡੀ ਬਹੁਤ ਵੱਡੀ ਆਰਗੇਨਾਈਜੇਸ਼ਨ ਆ ਜਿਹਦਾ ਤਕਰੀਬਨ 12 ਬਿਲੀਅਨ ਸਾਲ ਦਾ ਆਲਰੇਡੀ ਬਜਟ ਹੈ, ਕਿਉਂਕਿ ਉਹਨਾਂ ਨੇ ਜਿਹੜੇ IRS ਦੇ ਲਾਜ਼ ਨੇ ਉਹਨਾਂ ਨੂੰ ਇਨਫੋਰਸ ਕਰਨਾ। ਪਰ ਜਿਹੜਾ ਇਹ ਬਿੱਲ ਹੈ ਉਹ ਬਿੱਲ ਦੇ ਵਿੱਚੋਂ ਜਿਹੜੀ 70% ਇਨਕਮ ਵਧੇਗੀ ਫੈਡਰਲ ਗਵਰਨਮੈਂਟ ਦੀ, ਉਹ IRS ਨੂੰ ਹੀ ਐਕਸਪੈਂਡ ਕਰਨ ਤੇ ਲਾਈ ਜਾਏਗੀ। ਸੋ ਸਰੋਤਿਆਂ ਨੇ ਫੈਸਲਾ ਕਰਨਾ ਕਿ ਵੋਟ ਅਸੀਂ ਕਿਹਨੂੰ ਪਾਉਣੀ ਆ, ਤੇ ਸਾਡਾ ਕੰਮ ਹੈ ਦੱਸਣਾ। ਅਗਰ ਤੁਸੀਂ ਇਨਕਮ ਜਨਰੇਟ ਕਰ ਰਹੇ ਹੋ ਫੈਡਰਲ ਗਵਰਨਮੈਂਟ ਲਈ ਤੇ 70% ਉਹਦੇ ਵਿੱਚੋਂ ਲਾ ਦੇਣੀ ਹੈ ਸਿਰਫ ਤੇ ਸਿਰਫ IRS ਨੂੰ। ਉਹ ਕਹਿੰਦੇ ਜੀ ਇਹ ਜਿਹੜਾ IRS ਹੈਗਾ, ਹਾਲਾਂਕਿ IRS ਦੇ ਆਪਣੇ ਅੰਕੜੇ ਦੱਸਦੇ ਆ ਕਿ 98% ਜਿਹੜਾ ਟੈਕਸ ਹੈਗਾ ਉਹ ਲੋਕੀ ਆਪੇ ਪੇ ਕਰ ਦਿੰਦੇ ਆ। ਉਹ ਕਦੇ ਵੀ ਉਹਨਾਂ ਤੇ ਕੋਈ ਵੀ ਐਕਸ਼ਨ ਲੈਣ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ। ਪਰ ਹੁਣ ਪਤਾ ਨਹੀਂ ਸੈਨੇਟਰ ਜਿਹੜੀ ਹੈਗੀ ਐਲਿਜ਼ਾਬੈਥ ਵਾਰਨਰ, ਉਹਦੇ ਵੱਲੋਂ ਇਹੋ ਜਿਹਾ ਬਿੱਲ ਕਿਉਂ ਪੇਸ਼ ਕੀਤਾ ਜਾ ਰਿਹਾ। ਤੇ ਨਾਲ ਸਰੋਤਿਆਂ ਨੂੰ ਅਸੀਂ ਦੱਸੀਏ ਇਸ ਬਿੱਲ ਦੀ ਈਵਨ ਵਾਈਟ ਹਾਊਸ ਵੀ ਸਪੋਰਟ ਨਹੀਂ ਕਰਦਾ, ਪਰ ਲੈਫਟ ਵਿੰਗ ਵੱਲੋਂ ਆਪਣਾ ਇਹ ਝੰਡਾ ਜ਼ਰੂਰ ਚੁੱਕਿਆ ਹੋਇਆ। ਤੇ ਨਾਲ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਜੀ ਵੱਲੋਂ, ਕਿਉਂਕਿ ਜੋ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਇਲੈਕਸ਼ਨ ਦੇ ਵਿੱਚ, ਚਾਹੇ ਉਹ ਇਮੀਗ੍ਰੇਸ਼ਨ ਦਾ, ਉਹ ਇਮੀਗ੍ਰੇਸ਼ਨ ਤੇ ਆਪਾਂ ਪਿਛਲੇ ਵੀਕ ਵੀ ਥੋੜਾ ਟੱਚ ਕੀਤਾ ਸੀ। ਬਿਨਾਂ ਸ਼ੱਕ ਇੱਕ ਕਿਸਮ ਦਾ ਬਾਰਡਰ ਜਿਹੜਾ ਹੈਗਾ ਉਹਨੂੰ ਓਪਨ ਕਰ ਦਿੱਤਾ ਵੀ ਸਾਰੇ ਜਿੰਨੇ ਆ ਰਹੇ ਹੋ ਜੀ ਆਇਆਂ ਨੂੰ। ਅੱਜ ਜਿਹੜੀ ਫੈਸਿਲਿਟੀਜ਼ ਜਿਹਦੀ ਪ੍ਰੈਜ਼ੀਡੈਂਟ ਟਰੰਪ ਵੇਲੇ ਸਾਰਾ ਮੀਡੀਆ ਹਰ ਰੋਜ਼ ਉੱਥੋਂ ਦੀਆਂ ਨਿਊਜ਼ ਦਿਖਾਉਂਦਾ ਸੀ ਤੇ ਵੀਡੀਓਜ਼ ਵਾਇਰਲ ਕਰਦਾ ਸੀ, ਅੱਜ ਉਹਨਾਂ ਫੈਸਿਲਿਟੀਆਂ ਦੇ ਵਿੱਚ 179% ਕਪੈਸਿਟੀ, ਕਹਿਣ ਤੋਂ ਭਾਵ ਜਿੱਥੇ 100 ਬੱਚਾ ਰਹਿ ਸਕਦਾ ਉੱਥੇ 179 ਰੱਖੇ ਹੋਏ ਨੇ। ਸੋ ਓਵਰ ਕਪੈਸਿਟੀ ਨੇ, ਉੱਥੇ ਕੋਵਿਡ ਬਾਰੇ ਕੋਈ ਨਹੀਂ ਸੋਚਿਆ ਜਾ ਰਿਹਾ ਤੇ ਉਹ ਫੈਸਿਲਿਟੀਜ਼ ਭਰੀਆਂ ਪਈਆਂ ਨੇ। ਪਰ ਉਹਨਾਂ ਨੇ ਆਪਣਾ ਜੋ ਵਾਅਦਾ ਕੀਤਾ ਸੀ ਕਿ ਮੈਂ ਜਿਹੜੀ ਇਮੀਗ੍ਰੇਸ਼ਨ ਆ ਇਹਦੇ ਜਿੰਨੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਹੈਗੇ ਨੇ ਕਾਨੂੰਨ ਪਾਸ ਕੀਤੇ ਜਾਂ ਐਗਜ਼ੈਕਟਿਵ ਆਰਡਰ, ਉਹਨਾਂ ਦੇ ਉਲਟ ਚੱਲਾਂਗੇ। ਇਹ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ। ਸਦਰਨ ਬਾਰਡਰ ਤੇ ਵਾਲ ਦੀ ਤਾਂ ਸਾਰੇ ਇਹ ਵਿਰੋਧਤਾ ਕਰਦੇ ਨੇ ਵੀ ਵਾਲ ਨਹੀਂ ਬਣਨੀ ਚਾਹੀਦੀ। ਵਾਸ਼ਿੰਗਟਨ DC 'ਚ ਕੈਪੀਟਲ ਦੇ ਆਲੇ ਦੁਆਲੇ ਹਜੇ ਵੀ ਇਹਨਾਂ ਨੇ ਕੰਧ ਕੀਤੀ ਹੋਈ ਆ। ਪਤਾ ਨਹੀਂ ਇਹਨਾਂ ਨੂੰ ਆਪਣੇ ਤੋਂ ਇੰਨਾ ਖਤਰਾ, ਜਿਵੇਂ ਮਾਰਚ 4 ਨੂੰ ਵੀ ਮੀਡੀਆ ਨੇ ਬੜਾ ਰੌਲਾ ਪਾਇਆ ਸੀ ਜੀ ਇੱਥੇ ਇਹ ਅਟੈਕ ਹੋ ਜਾਏਗਾ, ਇਹ ਅਟੈਕ ਹੋ ਜਾਏਗਾ,
ਪਰ ਕੋਈ ਅਟੈਕ ਨਹੀਂ ਹੋਇਆ। ਇਹਦੇ ਨਾਲ ਹੀ ਇੱਕ ਹੋਰ ਬ੍ਰੇਕਿੰਗ ਨਿਊਜ਼ ਆ, ਅੱਜ ਵਾਸ਼ਿੰਗਟਨ ਪੋਸਟ ਨੇ ਆਪਣੀ ਜਿਹੜੀ ਨਿਊਜ਼ ਦੇ ਰਹੇ ਸੀ ਉਹ ਕਿ ਪ੍ਰੈਜ਼ੀਡੈਂਟ ਟਰੰਪ ਨੇ ਸੈਕਟਰੀ ਆਫ ਜਿਹੜੀ ਸਟੇਟ ਸੀ ਜਾਰਜੀਆ ਨੂੰ ਕਾਲ ਕਰਕੇ ਕਿਹਾ ਸੀ ਤੁਸੀਂ ਫਰਾਡੂਲੈਂਟ ਵੋਟਾਂ ਲੱਭੋ। ਅੱਜ ਉਹਨਾਂ ਨੇ ਉਹ ਆਰਟੀਕਲ ਆਪਣਾ ਵਾਪਸ ਲੈ ਲਿਆ, ਕਿਉਂਕਿ ਇਸ ਕਰਕੇ ਸਾਨੂੰ ਜਿਹੜਾ ਮੀਡੀਆ ਹੈ ਉਹਨੂੰ ਵਾਚ ਜ਼ਰੂਰ ਕਰੀਏ, ਪਰ ਆਪਣੀ ਸਟੱਡੀ ਕਰਕੇ ਉਹਦੇ ਵੱਲ ਦੇਖੀਏ ਵੀ ਉਹ ਕੀ ਕਰ ਰਿਹਾ ਵਾ। ਸੋ ਜਿਹੜਾ ਇਹ ਜੋ ਬਾਈਡਨ ਜੀ ਵੱਲੋਂ ਟੈਕਸ ਹਾਈਕ ਹੈ ਉਹਦੇ ਵੱਲੋਂ ਬਹੁਤ ਬੜੀ ਜਲਦੀ ਨਾਲ ਵੱਧ ਰਹੇ ਨੇ। ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਅਗਲਾ ਸਪੈਂਡਿੰਗ ਬਿੱਲ ਹੋਏਗਾ ਉਹਦੇ ਵਿੱਚ ਕੁਝ ਨਾ ਕੁਝ ਪੈਸੇ ਉਹ ਇਹ ਦਿਖਾਉਣ ਕਿ ਇਹ ਜਿਹੜਾ ਸਪੈਂਡ ਕਰ ਰਹੇ ਆ ਉਹ ਬਿਲਕੁਲ ਸਾਰਾ ਕਰਜ਼ਾ ਨਹੀਂ ਲਵਾਂਗੇ, ਕਰਜ਼ਾ ਵੀ ਲਵਾਂਗੇ ਪਰ ਕਰਜ਼ੇ ਦੇ ਨਾਲ ਨਾਲ ਅਸੀਂ ਹੋਰ ਪੈਸੇ ਰੇਜ਼ ਕਰਾਂਗੇ। ਹੋਰ ਪੈਸੇ ਰੇਜ਼ ਕਰਨ ਦਾ ਉਹਨਾਂ ਵੱਲੋਂ ਕੀ ਤਰੀਕਾ, 1993 ਦਾ ਜਿਹੜਾ ਟੈਕਸ ਹਾਈਕ ਸੀ ਪ੍ਰੈਜ਼ੀਡੈਂਟ ਬਿਲ ਕਲਿੰਟਨ ਜੀ ਵੱਲੋਂ, ਇਹਨਾਂ ਵੱਲੋਂ ਉਸ ਤੋਂ ਵੀ ਵੱਡਾ ਜਿਹੜਾ ਟੈਕਸ ਹਾਈਕ ਹੈ ਉਹ ਕਰਨ ਜਾ ਰਹੇ ਨੇ। ਇਹ ਉਸ ਤੋਂ ਬਾਅਦ ਟੈਕਸ ਵਧਾਉਣਗੇ। ਉਸ ਟੈਕਸ ਦੇ ਵਿੱਚ ਇਹ ਸਾਰਿਆਂ ਨੂੰ ਵੱਧ ਕੀ ਵਧਾਉਣ ਦਾ ਇਹਨਾਂ ਦਾ ਪਹਿਲਾ ਹੈ ਕਿ ਜਿਹੜੇ ਕਾਰਪੋਰੇਟ ਟੈਕਸ ਹੈ, ਇਸ ਵੇਲੇ ਅਮਰੀਕਾ 'ਚ ਕਾਰਪੋਰੇਟ ਟੈਕਸ 21% ਹੈ। ਜਿਹੜੀਆਂ ਕਾਰਪੋਰੇਸ਼ਨਾਂ ਨੇ ਉਹ ਆਪਣੀ ਜਿਹੜੀ ਇਨਕਮ ਹੈ ਉਹਦੇ 'ਤੇ 21% ਟੈਕਸ ਦਿੰਦੇ ਆ, ਪਰ ਜੋ ਬਾਈਡਨ ਜੀ ਵੱਲੋਂ ਉਹ 21% ਨੂੰ ਵਧਾ ਕੇ 28% ਕੀਤਾ ਜਾਵੇਗਾ। ਉਹਦੇ ਨਾਲ ਇਨਕਮ ਵਧੇਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸ ਤੋਂ ਬਿਨਾਂ ਜਿਹੜੇ 4 ਲੱਖ ਤੋਂ ਉੱਪਰ ਪੈਸੇ ਕਮਾਉਂਦੇ ਨੇ ਉਹਨਾਂ ਦੇ ਉੱਤੇ ਜਿਹੜਾ ਟੈਕਸ ਰੇਟ ਆ ਉਹ ਬਿਲਕੁਲ ਵਧੇਗਾ। ਇਹਦੇ ਨਾਲ ਹੀ ਜਦੋਂ ਕਾਰਪੋਰੇਸ਼ਨ 'ਤੇ ਟੈਕਸ ਵਧੇਗਾ ਡੈਫੀਨੇਟਲੀ ਉਹ ਹੋਰ ਆਪਣੇ ਖਰਚੇ ਇੱਧਰ ਉੱਧਰ ਘੱਟ ਕਰਨਗੇ, ਉਹਦਾ ਕਿਤੇ ਨਾ ਕਿਤੇ ਇਕਾਨਮੀ 'ਤੇ ਸਿੱਧਾ ਅਸਰ ਜ਼ਰੂਰ ਪਏਗਾ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿਹੜਾ ਟੈਕਸ ਕੱਟ ਕੀਤਾ ਗਿਆ ਸੀ ਉਹਦੇ ਵਿੱਚ ਜਿਹੜੇ ਸਮਾਲ ਬਿਜ਼ਨਸ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਅਮਰੀਕਾ ਦੀ ਬੈਕਬੋਨ ਆ ਉਹ ਸਮਾਲ ਬਿਜ਼ਨਸਿਸ ਹੈਗੇ ਨੇ, ਕਿਉਂਕਿ 51 ਮਿਲੀਅਨ ਦੇ ਕਰੀਬ ਸਮਾਲ ਬਿਜ਼ਨਸ ਨੇ ਤੇ ਅਮਰੀਕਾ ਦੇ ਵਿੱਚ ਸਾਰਿਆਂ ਨਾਲੋਂ ਵੱਧ ਇੰਪਲੋਇਮੈਂਟ ਜਿਹੜੀ ਹੈਗੀ, ਅਗਰ ਅਸੀਂ ਸਾਰੇ ਸਮਾਲ ਬਿਜ਼ਨਸ ਨੂੰ ਇਕੱਠੇ ਕਰੀਏ ਉਹ ਜ਼ਿਆਦਾ ਇੰਪਲੋਇਮੈਂਟ ਦਿੰਦੇ ਨੇ। ਪਰ ਜੋ ਬਾਈਡਨ ਜੀ ਵੱਲੋਂ, ਜੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਪਾਸ ਥਰੂ ਇਨਕਮ ਜਿਹੜੀ ਸੀਗੀ 20%, ਅਗਰ ਕੋਈ LLC ਆ ਜਾਂ ਕੋਈ ਐਸ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਜੋ ਉਹਦੀ ਇਨਕਮ ਹੈ ਉਹਦੇ ਵਿੱਚੋਂ 20% ਇਨਕਮ ਜਿਹੜੀ ਹੈਗੀ ਆ ਉਹ ਨਾਨ ਟੈਕਸੇਬਲ ਬਣਦੀ ਸੀ, ਜਿਹਦੇ ਨਾਲ ਸਮਾਲ ਬਿਜ਼ਨਸ ਨੂੰ ਕਾਫੀ ਫਰਕ ਪਿਆ। ਕਿਉਂਕਿ ਬਿਨਾਂ ਸ਼ੱਕ ਜਿਹੜੇ ਸਮਾਲ ਬਿਜ਼ਨਸ ਨੇ ਉਹ ਆਲਰੇਡੀ ਬੜਾ ਸਟਰਗਲ ਕਰ ਰਹੇ ਨੇ। ਇੱਕ ਪਾਸੇ ਹਰ ਇੱਕ ਪਾਸੇ ਮਹਿੰਗਾਈ ਹੋ ਰਹੀ ਹੈ, ਲੇਬਰ ਜਿਹੜੀ ਹੈਗੀ ਆ ਉਹ ਵੀ ਮਹਿੰਗੀ ਮਿਲਦੀ ਹੈ। ਡੈਫੀਨੇਟਲੀ ਹਰ ਇੱਕ ਦਾ ਹੁੰਦਾ ਕਿ ਮੈਂ ਪੈਸੇ ਜ਼ਿਆਦਾ ਕਮਾਵਾਂ, ਪਰ ਸਮਾਲ ਬਿਜ਼ਨਸ ਕਿੱਥੋਂ ਤੱਕ ਸਰਵਾਈਵ ਕਰਨਗੇ ਅਗਰ ਜਿਹੜੀ ਉਹ ਪਾਸ ਥਰੂ 20% ਇਨਕਮ ਨਾਨ ਟੈਕਸੇਬਲ ਸੀ ਉਹਦੇ 'ਤੇ ਵੀ ਦੁਬਾਰਾ ਜੋ ਬਾਈਡਨ ਜੀ ਵੱਲੋਂ ਟੈਕਸ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਜੋ ਟੈਕਸ ਵਧਾਉਣ ਦੀ ਗੱਲ ਹੋ ਰਹੀ ਹੈ ਉਹਦੇ ਕਿੱਥੇ ਤੱਕ ਉਹ ਸਕਸੈਸਫੁਲ ਹੁੰਦੇ ਨੇ ਇਹ ਸਮਾਂ ਦੱਸੇਗਾ, ਪਰ ਉਹਨਾਂ ਵੱਲੋਂ ਇਹ ਬਿੱਲ ਜ਼ਰੂਰ ਲਿਆਇਆ ਜਾਏਗਾ ਜੋ ਕਿ ਕੁਝ ਰਿਪੋਰਟਾਂ ਮੁਤਾਬਕ ਜਿਹੜੀ ਅਮਰੀਕਾ ਦੀ ਇਨਫਰਾਸਟਰਕਚਰ ਆ ਉਹਨੂੰ ਠੀਕ ਕਰਨ ਲਈ 4 ਟ੍ਰਿਲੀਅਨ ਤੱਕ ਵੀ ਉਹਦੀ ਕਾਸਟ ਹੋ ਸਕਦੀ ਆ। ਤੇ ਦੂਸਰਾ ਇਹ ਅਮਰੀਕਾ ਦੇ ਵਿੱਚ ਜਿਹੜੀ ਹੈਗੀ ਆ ਇੰਡੀਆ ਨਾਲ ਮਿਲਦੀ ਜੁਲਦੀ ਰਾਜਨੀਤੀ ਹੋਣੀ ਸ਼ੁਰੂ ਹੋ ਗਈ ਆ। ਜਿਹੜਾ 2021 ਦੇ ਵਿੱਚ ਕੋਵਿਡ ਦੇ ਥੱਲੇ ਟੈਕਸ ਕ੍ਰੈਡਿਟ ਵਧਾਇਆ ਸੀ, ਕਿਉਂਕਿ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਆ ਉਹ ਇੱਕੋ ਇੱਕ ਕ੍ਰੈਡਿਟ ਹੈ ਜਿਹੜਾ ਕਿ ਰਿਫੰਡੇਬਲ ਆ। ਰਿਫੰਡੇਬਲ ਤੋਂ ਭਾਵ ਅਗਰ ਤੁਸੀਂ ਟੈਕਸ ਨਹੀਂ ਵੀ ਦੇਣਾ, ਤੁਹਾਨੂੰ ਕੋਈ ਵੀ ਤੁਹਾਡੀ ਇਨਕਮ 'ਤੇ ਕਾਨੂੰਨ ਮੁਤਾਬਕ ਕੋਈ ਟੈਕਸ ਨਹੀਂ ਲੱਗਦਾ, ਫਿਰ ਵੀ ਉਹ ਪੈਸੇ ਤੁਹਾਨੂੰ ਵਾਪਸ ਮੁੜਨਗੇ। ਸੋ ਜਿਹੜਾ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ 3600 ਤੇ 6 ਤੋਂ ਲੈ ਕੇ 17 ਤੱਕ ਜੋ ਕੋਵਿਡ ਦੇ ਬਿੱਲ ਦੇ ਥੱਲੇ ਇਹਨਾਂ ਨੇ ਕਿਹਾ ਸੀ ਉਹਨੂੰ $3000 ਪਰ ਚਾਈਲਡ ਟੈਕਸ ਕ੍ਰੈਡਿਟ ਮਿਲੇਗਾ ਤੇ ਉਹਨੂੰ ਪੱਕਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਬਾਕੀ ਇਹਨਾਂ ਵੱਲੋਂ ਜੋ ਹੋਏਗਾ ਤਾਂ ਇਹ ਕਿ ਅਸੀਂ ਜੀ ਇਨਫਰਾਸਟਰਕਚਰ ਠੀਕ ਕਰਨੀ ਆ, ਸਾਡੀਆਂ ਏਅਰਪੋਰਟਸ ਦੁਨੀਆ ਦੇ ਮੁਕਾਬਲੇ ਮਾੜੀਆਂ ਨੇ, ਸਾਡੇ ਹਾਈਵੇ ਮਾੜੇ ਨੇ, ਪਰ ਆਪਣੀ ਜਿਹੜੀ ਵਿਸ਼ ਲਿਸਟ ਹੈ ਚਾਹੇ ਉਹ ਸਟੂਡੈਂਟ ਲੋਨ ਮਾਫ ਕਰਨ ਦੀ ਹੋਵੇ, ਚਾਹੇ ਚਾਈਲਡ ਜਿਹੜਾ ਟੈਕਸ ਕ੍ਰੈਡਿਟ ਆ ਉਹਨੂੰ ਆਪਣਾ ਪਰਮਾਨੈਂਟ ਕਰਨ ਦੀ ਗੱਲ ਹੋਵੇ, ਤੇ ਕੁੱਲ ਮਿਲਾ ਕੇ ਜਿਹੜੀ ਇਹ ਲੈਫਟ ਵਿੰਗ ਦੀ ਵਿਸ਼ ਲਿਸਟ ਹੈ ਉਹਨੂੰ ਪੂਰਾ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਨੇ। ਤੇ ਇਸ ਤੋਂ ਬਿਨਾਂ ਇਹ ਹੋਰ ਟੈਕਸ ਨੂੰ ਵਧਾਉਣ ਲਈ ਜਿਹੜੀਆਂ ਕੰਪਨੀਜ਼ ਅਮਰੀਕਨ ਕੰਪਨੀਆਂ ਨੇ
ਉਹ ਓਵਰਸੀ ਬਿਜ਼ਨਸ ਆਪਣੇ ਲਿਜਾਏ ਜਾਂਦੇ ਨੇ, ਆਪਣੀਆਂ ਜਿਹੜੀਆਂ ਜੌਬਸ ਨੇ ਉਹ ਓਵਰਸੀ ਕ੍ਰੀਏਟ ਕਰ ਰਹੇ ਨੇ, ਉਹਨਾਂ 'ਤੇ ਵੀ ਪੈਨਲਟੀ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਦੇ ਨਾਲ ਅਸੀਂ ਬਿਲਕੁਲ ਸਹਿਮਤ ਹਾਂ। ਜਿਹੜੀ ਕੰਪਨੀ ਇੱਥੋਂ ਛੱਡ ਕੇ ਆਪਣਾ ਬਿਜ਼ਨਸ ਹੋਰ ਕਿਤੇ ਦੇਸ਼ ਦੇ ਵਿੱਚ ਲੈ ਕੇ ਜਾਂਦੀ ਆ, ਹੁੰਦੀ ਅਮਰੀਕਨ ਕੰਪਨੀ ਹੈ, ਡੈਫੀਨਿਟਲੀ ਉਹਨਾਂ 'ਤੇ ਕੁਝ ਟੈਕਸ ਲੱਗਣਾ ਚਾਹੀਦਾ ਤਾਂ ਕਿ ਉਹ ਆਪਣੀ ਜਿਹੜੀ ਜੌਬਸ ਨੇ ਉਹ ਵਾਪਸ ਅਮਰੀਕਾ ਵਿੱਚ ਲੈ ਕੇ ਆਉਣ, ਕਿਉਂਕਿ ਅਮਰੀਕਾ ਦੇ ਵਿੱਚ ਅੱਜ 6.2% ਅਨਐਮਪਲੋਇਮੈਂਟ ਆ। ਸੋ ਲਾਟ ਆਫ ਪੀਪਲ ਜਿਹੜੇ ਹੈਗੇ ਨੇ ਉਹ ਜੌਬ ਲੱਭ ਰਹੇ ਨੇ। ਸੋ ਉਹਨਾਂ ਨੂੰ ਜੌਬ ਦੇਣ ਲਈ ਡੈਫੀਨਿਟਲੀ ਜਿਹੜੀਆਂ ਸਾਡੀਆਂ ਕੰਪਨੀਆਂ ਨੇ ਉਹਨਾਂ ਨੂੰ ਇੱਥੇ ਹੀ ਮੌਕੇ ਕ੍ਰੀਏਟ ਕਰਨ ਦੀ ਲੋੜ ਹੈ। ਅਮਰੀਕਾ ਦੇ ਵਿੱਚ ਜਿਹੜਾ ਬਜਟ ਦੀ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ, ਕਿਉਂਕਿ ਆਪਣੇ ਕੋਲੇ ਕੁਝ ਮਿੰਟ ਹੋਰ ਬਾਕੀ ਨੇ ਪ੍ਰੋਗਰਾਮ ਦੇ ਵਿੱਚ, 2019 'ਚ ਜਿਹੜਾ ਟੋਟਲ ਬਜਟ ਸੀ ਉਹ 4.4 ਟ੍ਰਿਲੀਅਨ, ਇਨਕਮ ਜਿਹੜੀ ਸੀਗੀ 3.5 ਟ੍ਰਿਲੀਅਨ। ਸੋ ਬੇਸਿਕਲੀ ਸਾਡਾ 1 ਟ੍ਰਿਲੀਅਨ ਡੈਟ ਦੇ ਵਿੱਚ ਸੀ। ਤੇ ਜਿਹੜੇ ਰੈਵਨਿਊ ਆਉਂਦਾ, ਕਿਉਂਕਿ ਮੀਡੀਆ ਦੇ ਵਿੱਚ ਆਮ ਵੋਟਾਂ ਦੀਆਂ ਵੋਟਾਂ ਲੈਣ ਲਈ ਇਹ ਰੌਲਾ ਬਹੁਤ ਪਾਇਆ ਜਾ ਰਿਹਾ, ਅਸੀਂ ਜੀ ਕਾਰਪੋਰੇਸ਼ਨਾਂ 'ਤੇ ਟੈਕਸ ਲਾਵਾਂਗੇ, ਉੱਥੋਂ ਟੈਕਸ ਵਧੇਗਾ, ਜੇ ਹੋਏਗਾ। ਨਹੀਂ, ਇਨ ਰਿਐਲਿਟੀ ਜਿਹੜਾ ਸਾਰਿਆਂ ਨਾਲੋਂ ਵੱਧ ਟੈਕਸ ਆਉਂਦਾ ਵਾ ਉਹ ਇੰਡੀਵਿਜੂਅਲ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਟੈਕਸ ਦਿੱਤਾ ਜਾਂਦਾ ਉਹ ਟੈਕਸ ਮੇਨ ਹੁੰਦਾ। 1.7 ਟ੍ਰਿਲੀਅਨ ਜਿਹੜਾ ਹੈਗਾ ਉਹ ਇਹ ਤੋਂ ਆਇਆ। ਇਸ ਤੋਂ ਬਿਨਾਂ 1.2 ਟ੍ਰਿਲੀਅਨ ਡਾਲਰ ਜੋ ਕਿ ਪੇਰੋਲ ਟੈਕਸ ਦੇ ਤੌਰ 'ਤੇ ਆਉਂਦਾ। ਉਹ ਪੇਰੋਲ ਟੈਕਸ ਕੌਣ ਪੇ ਕਰਦੇ ਆ? ਉਹ ਆਮ ਅਤੇ ਗਰੀਬ ਜਨਤਾ ਪੇ ਕਰਦੀ ਆ, ਤੇ ਜਾਂ ਉਹਨਾਂ ਦੇ ਇੰਪਲਾਇਰ ਅੱਧਾ ਪੇਸ਼ ਕਰਦੇ ਨੇ। ਸੋ 1.2 ਟ੍ਰਿਲੀਅਨ ਦਾ ਮਤਲਬ ਆਪਣਾ ਜਿਹੜਾ ਹੈਗਾ 600 ਬਿਲੀਅਨ ਜਿਹੜਾ ਹੈਗਾ ਉਹ ਇੰਪਲਾਇਰ ਨੇ ਪੇ ਕੀਤਾ ਤੇ 600 ਬਿਲੀਅਨ ਆਮ ਲੋਕਾਂ ਨੇ ਪੇ ਕੀਤਾ। ਸੋ ਇਹਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਮੀਰਾਂ ਤੇ ਟੈਕਸ ਹੈਗਾ? ਨਹੀਂ, ਆਮ ਲੋਕੀ, ਕਿਉਂਕਿ 145,000 ਜਿਹੜੀ ਰਫਲੀ ਇਨਕਮ ਹੈ ਉਸ ਤੋਂ ਉੱਪਰ ਤਾਂ ਸੋਸ਼ਲ ਸਿਕਿਉਰਿਟੀ ਤੇ ਮੈਡੀਕੇਅਰ ਟੈਕਸ ਲੱਗਦਾ ਹੀ ਨਹੀਂ, ਉਸ ਤੋਂ ਥੱਲੇ ਲੱਗਦਾ। ਸੋ ਇਸ ਕਰਕੇ ਇਹ ਜਿਹੜਾ ਟੈਕਸ ਹੈਗਾ ਮੇਨ, ਇਹ ਆਮ ਜਿਹੜੇ ਇੰਡੀਵਿਜੂਅਲ ਇਨਕਮ ਟੈਕਸਿਸ ਨੇ ਉਹਨਾਂ ਤੋਂ ਅਤੇ ਪੇਰੋਲ ਟੈਕਸ ਤੋਂ ਆਉਂਦਾ। ਇਸ ਤੋਂ ਬਿਨਾਂ ਜਿਹੜੇ ਐਕਸਾਈਜ਼ ਟੈਕਸ ਹੋ ਗਿਆ, ਗੈਸ ਟੈਕਸ ਹੋ ਗਿਆ, ਹੋਰ ਛੋਟੇ ਛੋਟੇ ਟੈਕਸ ਨੇ ਉਹਨਾਂ ਤੋਂ ਰਲ ਮਿਲ ਕੇ ਬਾਕੀ ਟੈਕਸ ਆਪਣੇ ਕੋਲੇ ਇਕੱਠਾ ਹੁੰਦਾ। ਤੇ ਜਿਹੜਾ ਇਹ ਟੈਕਸ ਨੂੰ ਆਪਾਂ ਖਰਚਦੇ ਹਾਂ, ਇਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਖਰਚਾ ਬਿਨਾਂ ਸ਼ੱਕ ਸੋਸ਼ਲ ਸਿਕਿਉਰਿਟੀ ਨੂੰ ਦਿੱਤਾ ਜਾਂਦਾ, ਤੇ ਉਹ ਦੇਣਾ ਚਾਹੀਦਾ ਵੀ ਹੈ, ਕਿਉਂਕਿ ਉਹਨਾਂ ਸਾਰੇ ਸੀਨੀਅਰਜ਼ ਨੇ ਸਾਰੀ ਉਮਰ ਕੰਮ ਕੀਤਾ ਹੈ ਤੇ ਉਹਨਾਂ ਦਾ ਹੱਕ ਬਣਦਾ ਸੋਸ਼ਲ ਸਿਕਿਉਰਿਟੀ ਲੈਣ। ਤੇ ਸੋਸ਼ਲ ਸਿਕਿਉਰਿਟੀ ਤੋਂ ਬਿਨਾਂ ਤਕਰੀਬਨ ਜਿਹੜਾ 1 ਟ੍ਰਿਲੀਅਨ ਸੋਸ਼ਲ ਸਿਕਿਉਰਿਟੀ ਨੂੰ ਦਿੱਤਾ ਜਾਂਦਾ ਤੇ ਤਕਰੀਬਨ 700 ਬਿਲੀਅਨ ਦੇ ਕਰੀਬ, ਲਿਟਲ ਲੈਸ ਦੈਨ 700 ਬਿਲੀਅਨ ਡਾਲਰ ਉਹ ਮੈਡੀਕੇਅਰ ਨੂੰ ਦਿੱਤਾ ਜਾਂਦਾ, ਕਿਉਂਕਿ ਜਿਹੜੇ ਸੀਨੀਅਰਜ਼ ਨੇ ਸਾਰੀ ਉਮਰ ਕੰਮ ਕੀਤਾ ਪਲੱਸ ਸਾਰੀ ਉਮਰ ਮੈਡੀਕੇਅਰ ਟੈਕਸ ਭਰਾਇਆ, ਉਹਨਾਂ ਦੀ ਮੈਡੀਕਲ ਖਰਚਿਆਂ ਲਈ ਦਿੱਤਾ ਜਾਂਦਾ। ਪਰ ਇਹਦੇ ਵਿੱਚ ਇੱਕ ਬੜੀ ਅਜੀਬ ਗੱਲ ਹੈ, ਤਕਰੀਬਨ 500 ਬਿਲੀਅਨ ਤੋਂ ਵੀ ਉੱਪਰ ਡਾਲਰ ਜਿਹੜੇ ਹੈਗੇ ਨੇ ਉਹ ਓਬਾਮਾ ਕੇਅਰ ਦੀਆਂ ਜਿਹੜੀਆਂ ਸਬਸਿਡੀਜ਼ ਨੇ ਤੇ ਜਾਂ ਮੈਡੀਕੇਡ ਜਿਹੜਾ ਐਕਸਪੈਂਸ਼ਨ ਹੋਇਆ ਉਹਦੇ ਵਿੱਚ ਸਟੇਟਸ ਨੂੰ ਦਿੱਤੇ ਜਾਂਦੇ ਨੇ। ਜਦੋਂ ਵੀ ਮੀਡੀਆ ਦੇ ਵਿੱਚ ਜਾਂ ਕੋਈ ਪੋਲੀਟੀਸ਼ੀਅਨ ਉਹ ਸੋਸ਼ਲ ਸਿਕਿਉਰਿਟੀ ਡਰਾਈ ਆਊਟ ਦੀ ਜ਼ਰੂਰ ਗੱਲ ਕਰਦਾ, ਪਰ ਕੋਈ ਮੈਡੀਕੇਡ ਡਰਾਈ ਆਊਟ ਦੀ ਗੱਲ ਨਹੀਂ ਕਰਦਾ। ਹਾਲਾਂਕਿ ਮੈਡੀਕੇਡ ਡਰਾਈ ਆਊਟ ਕਿਸੇ ਨੇ ਮੈਡੀਕੇਡ ਲਈ ਕੋਈ ਪੈਸੇ ਪੇ ਨਹੀਂ ਕਰਦਾ। ਤੇ ਇੱਕ ਇਹਨਾਂ ਨੇ ਜਿਹੜਾ ਕੋਵਿਡ 1.9 ਟ੍ਰਿਲੀਅਨ ਇੱਕ ਕਿਸਮ ਦੇ ਜਿਹੜੇ ਪੈਸੇ ਵੇਸਟ ਕੀਤੇ ਨੇ ਅਮਰੀਕਨ ਮਨੀ, ਉਹਦੇ ਵਿੱਚ ਇਹਨਾਂ ਨੇ ਜਿਹੜੀ ਓਬਾਮਾ ਕੇਅਰ ਹੈ ਉਹਨੂੰ ਬੜਾ ਐਕਸਪੈਂਡ ਕਰ ਦਿੱਤਾ। ਤੇ ਹੁਣ ਇਹ ਕੋਸ਼ਿਸ਼ ਕਰਨਗੇ 4 ਟ੍ਰਿਲੀਅਨ ਦਾ ਜਿਹੜਾ ਲੈ ਕੇ ਆਉਣਗੇ ਇਨਫਰਾਸਟ੍ਰਕਚਰ ਆਪਣਾ ਬਿੱਲ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਐਡ ਕਰਨਗੇ ਕਿ ਵੀ ਲਓ ਜੀ ਆਪਾਂ ਇਹਦੇ ਵਿੱਚ ਹੋਰ ਓਬਾਮਾ ਕੇਅਰ ਨੂੰ ਵਧਾ ਦਈਏ। ਸੋ ਕੁੱਲ ਮਿਲਾ ਕੇ ਜਿਹੜਾ ਅਮਰੀਕਾ ਦਾ ਡੈਟ ਹੈ ਜੋ ਕਿ ਆਲਰੇਡੀ 27 ਟ੍ਰਿਲੀਅਨ ਕ੍ਰਾਸ ਕਰ ਗਿਆ, ਉਹਨੂੰ ਪਤਾ ਨਹੀਂ ਇਹ ਕਿੱਥੇ ਲੈ ਕੇ ਜਾਣਗੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਅਸੀਂ ਪ੍ਰੈਜ਼ੀਡੈਂਟ ਜਿਹੜੇ ਟਰੰਪ ਨੇ ਉਹਨਾਂ ਨੇ 4 ਸਾਲ ਦੇ ਵਿੱਚ ਬਹੁਤ ਜ਼ਿਆਦਾ ਡੈਟ ਐਕੂਮੂਲੇਟ ਕੀਤਾ। ਉਹਦੇ ਲਈ ਵੀ ਉਹਨਾਂ ਦੀ ਜਿਹੜੀ ਪਾਲਿਸੀ ਸੀਗੀਆਂ, ਕਿਤੇ ਨਾ ਕਿਤੇ ਟੈਕਸ ਜਿਹੜਾ ਕੱਟ ਸੀ ਉਹਨਾਂ ਨੇ ਜ਼ਿਆਦਾ ਡੀਪ ਕੱਟ ਕਰ ਦਿੱਤਾ ਤੇ ਡੈਟ ਵੱਲ ਉਹਨਾਂ ਨੇ ਵੀ ਬਹੁਤਾ ਧਿਆਨ ਨਹੀਂ ਦਿੱਤਾ। ਇਸ ਕਰਕੇ ਅਸੀਂ ਉਹਨਾਂ ਨੂੰ ਵੀ ਇਸ ਗੱਲ ਤੋਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਡੈਟ ਬਾਰੇ ਕੁਛ ਕੀਤਾ, ਨਹੀਂ, ਡੈਟ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਬਹੁਤਾ ਧਿਆਨ ਨਹੀਂ ਦਿੱਤਾ, ਪਰ ਜੋ ਬਾਈਡਨ ਵੱਲੋਂ ਜੇ ਅਗਰ ਇਸੇ ਤਰ੍ਹਾਂ ਇਹਨਾਂ ਦੀਆਂ ਪਾਲਿਸੀਜ਼ ਆਉਂਦੀਆਂ ਰਹੀਆਂ ਤੇ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ ਦੀ ਜਿਹੜੀ GDP ਆ ਉਹਦਾ ਡਬਲ ਸਾਡੇ ਤੇ ਡੈਟ ਹੋ ਜਾਏਗਾ। ਕਿਉਂਕਿ ਬਾਕੀ ਬਜਟ ਦੇ ਵਿੱਚ ਬੜਾ ਰੌਲਾ ਪਾਉਂਦੇ ਨੇ ਕਿ ਜੀ ਅਸੀਂ ਡਿਫੈਂਸ ਤੇ ਬਹੁਤ ਪੈਸੇ ਖਰਚਦੇ ਹਾਂ। ਡਿਫੈਂਸ ਤੇ ਪੈਸੇ ਜਿਹੜੇ ਖਰਚਦੇ ਉਹ ਮੈਡੀਕੇਅਰ ਦੇ ਬਰਾਬਰ ਹੀ ਨੇ, ਤੇ ਜਾਂ ਜਿਹੜੇ ਮੈਡੀਕੇਡ ਤੇ ਬਿਨਾਂ ਮਤਲਬ ਤੋਂ ਖਰਚਦੇ ਆ ਉਹਨਾਂ ਦੇ ਨੇੜੇ ਤੇੜੇ ਹੀ ਆ। ਸੋ ਇਸ ਕਰਕੇ ਇਹ ਜਿਹੜਾ
ਪ੍ਰੈਜ਼ੀਡੈਂਟ ਜੋ ਬਾਈਡਨ ਜੀ ਨੇ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਇਹ ਬੜੀ ਛੇਤੀ ਪੂਰੇ ਕਰਨ ਵੱਲ ਜਾ ਰਹੇ ਨੇ। ਉਹ ਪੂਰੇ ਕਰਨ ਦੇ ਵਿੱਚ ਉਹ ਕੀ ਠੀਕ ਨੇ, ਜਨਤਾ ਨੂੰ ਕਿਵੇਂ ਰਾਸ ਬਹਿੰਦੇ ਜਾਂ ਨਹੀਂ ਬਹਿੰਦੇ, ਇਹਦਾ ਫੈਸਲਾ 2022 'ਚ ਹੋਏਗਾ। ਟਾਈਮ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਫਿਨਿਸ਼ ਕਰਨਾ ਹੈ। ਸੋ ਇੱਕ ਵਾਰੀ ਫਿਰ ਦਵਿੰਦਰ ਸਿੰਘ ਵੱਲੋਂ ਵਾਸ਼ਿੰਗਟਨ DC ਤੋਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।